ਵੈਲਕਮ ਮਾਈ ਡੀਅਰ ਸਟੂਡੈਂਟਸ, ਹਾਊ ਆਰ ਯੂ। ਮੈਨੂੰ ਆਸ ਹੈ ਕਿ ਸਾਰੇ ਜਾਣੇ ਤੁਸੀਂ ਬਹੁਤ ਵਧੀਆ ਹੋਵੋਗੇ। ਹੁਣ ਬੇਟੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਚੀਜ਼ ਸਿੱਖਣ ਲੱਗੇ ਹਾਂ। ਇਸ ਕਰਕੇ ਵੀਡੀਓ ਨੂੰ ਵਿੱਚ ਵਿਚਾਲੇ ਬੰਦ ਨਾ ਕਰਿਓ। ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਸਮਝਿਓ। ਅੱਜ ਦਾ ਜਿਹੜਾ ਟੌਪਿਕ ਹੈ ਬੇਟਾ ਉਹ ਹੈ ਰੋਮਨ ਸੰਖਿਆ ਪ੍ਰਣਾਲੀ, ਰੋਮਨ ਨਿਊਮਰਲਸ। ਆਪਾਂ ਰੋਮਨ ਸੰਖਿਆਵਾਂ ਲਿਖਣੀਆਂ ਸਿੱਖਾਂਗੇ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੁੰਦਾ ਬੇਟਾ, ਕਹਿੰਦੇ ਰੋਮਨ ਸੰਖਿਆ ਪ੍ਰਣਾਲੀ ਵਿੱਚ ਜੇ ਆਪਾਂ ਕਿਸੇ ਸੰਖਿਆ ਨੂੰ ਦਰਸਾਉਣਾ ਹੈ ਤਾਂ ਸਿਰਫ ਸੰਕੇਤਾਂ ਦੀ ਵਰਤੋਂ ਹੁੰਦੀ ਹੈ। ਤੇ ਇਹਦੇ ਵਿੱਚ ਕਿੰਨੇ ਮੂਲ ਸੰਕੇਤ ਨੇ? ਸਿਰਫ 7, ਠੀਕ ਹੈ। ਇਹ ਤੁਸੀਂ ਪੰਜਵੀਂ ਦੇ ਵਿੱਚ ਵੀ ਕਰਕੇ ਆਏ ਹੋ। ਤਾਂ ਫਿਰ ਦੁਹਰਾਉਂਦੇ ਹਾਂ। ਰੋਮਨ ਸੰਕੇਤ ਜਦੋਂ ਆਪਾਂ ਦੇਖੋ ਇੱਦਾਂ ਇੱਕ ਲਿਖਿਆ ਜਾਂ ਆਈ ਕਹਿ ਦਿਓ ਇਹਨੂੰ, ਤਾਂ ਉਹਦਾ ਮਤਲਬ ਕੀ ਹੁੰਦਾ ਆਪਣੇ ਅੰਕ ਪ੍ਰਣਾਲੀ ਦੇ ਵਿੱਚ 1। ਜਦੋਂ ਆਪਾਂ ਇੱਦਾਂ V ਲਿਖਦੇ ਹਾਂ ਤਾਂ ਉਹਦਾ ਮਤਲਬ ਕੀ ਹੁੰਦਾ? 5। X ਦਾ ਮਤਲਬ 10, L ਦੀ ਵੈਲਿਊ 50, C ਦੀ ਵੈਲਿਊ 100, D ਦੀ ਵੈਲਿਊ 500, M ਦੀ ਵੈਲਿਊ 1000। ਠੀਕ ਹੈ ਬੇਟਾ, ਇੰਨੀ ਗੱਲ ਸਮਝ ਆਈ। ਹੁਣ ਕਹਿੰਦੇ ਇਹ ਆਮ ਧਾਰਨਾ ਇਹ ਵੀ ਹੈ ਕਿ ਰੋਮਨ ਪ੍ਰਣਾਲੀ ਦੇ ਸੰਕੇਤ ਹੱਥ ਅਤੇ ਉਂਗਲਾਂ ਦੇ ਚਿੱਤਰ ਵਿੱਚੋਂ ਲਏ ਗਏ ਨੇ। ਮੇਨ ਗੱਲ ਦੇਖੋ, ਜਿਹੜੀ ਆਪਣੀ ਇਹ ਹਿੰਦੂ ਅਰੇਬਿਕ ਆਪਣੀ ਗਿਣਤੀ ਹੈ ਨਾ, ਉਹਦੇ ਵਿੱਚ ਆਪਾਂ 0 ਦੀ ਵਰਤੋਂ ਕਰਦੇ ਹਾਂ, ਪਰ ਰੋਮਨ ਅੰਕ ਪ੍ਰਣਾਲੀ ਵਿੱਚ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਜਿਹੜਾ 0 ਨੂੰ ਦਿਖਾਵੇ। ਠੀਕ ਹੈ, 0 ਵਾਸਤੇ ਕੋਈ ਸੰਕੇਤ ਨਹੀਂ ਬਣਿਆ। ਹੁਣ ਆਪਾਂ ਥੋੜ੍ਹੇ ਜਿਹੇ ਇਸ ਦੇ ਰੂਲ ਸਿੱਖਣੇ ਆ। ਕਿੱਦਾਂ ਬੇਟਾ? ਹਾਂਜੀ, ਫਸਟ ਰੂਲ ਦੇਖੋ ਬੇਟਾ, ਕਹਿੰਦੇ ਕੋਈ ਸੰਕੇਤ ਜਿੰਨੀ ਵਾਰੀ ਦੁਹਰਾਇਆ ਜਾਂਦਾ ਓਨੀ ਵਾਰੀ ਹੀ ਉਸਦਾ ਮੁੱਲ ਜੁੜਦਾ ਜਾਂਦਾ ਹੈ। ਜਿਵੇਂ ਨੇ ਇੱਦਾਂ 2 ਵਾਰ ਆਈ ਪਾਈਆਂ ਨੇ ਤਾਂ ਇਹਦਾ ਮਤਲਬ ਕੀ ਹੋਊਗਾ? 2। ਜੇ ਮੈਨੇ 3 ਵਾਰ ਇੱਦਾਂ ਐਕਸ ਪਾਏ ਨੇ ਤਾਂ ਇਸ ਦਾ ਮਤਲਬ ਕੀ ਹੋਏਗਾ? 30। ਠੀਕ ਹੈ ਜੀ, ਜਿੰਨੀ ਵਾਰ ਆਪਾਂ ਉਸ ਚਿੰਨ੍ਹ ਨੂੰ ਦੁਹਰਾਵਾਂਗੇ ਉਹਨਾਂ ਨੂੰ ਉਸਦੇ ਮੁੱਲ ਨੂੰ ਓਨੀ ਵਾਰੀ ਹੀ ਜੋੜਾਂਗੇ। ਫਿਰ ਇਸ ਤੋਂ ਰੂਲ ਕੀ ਬਣਿਆ? ਇਸ ਤੋਂ ਰੂਲ ਇਹ ਬਣਿਆ ਬੇਟਾ ਕਿ ਜੋ 1 ਹੈ, I ਹੈ, X ਹੈ, C ਅਤੇ M, ਇਹ 3 ਵਾਰ ਤੋਂ ਵੱਧ ਨਹੀਂ ਦੁਹਰਾਏ ਜਾ ਸਕਦੇ। ਹੁਣ ਜੇ ਤੁਸੀਂ 40 ਲਿਖਣਾ ਹੈ ਤਾਂ ਤੁਸੀਂ ਇੱਦਾਂ 4 ਵਾਰ X ਨਹੀਂ ਪਾਉਣਾ, ਠੀਕ ਹੈ। ਤਾਂ ਤੁਸੀਂ 3 ਵਾਰ ਤੋਂ ਵੱਧ ਇਹ ਸੰਕੇਤ ਨਹੀਂ ਵਰਤ ਸਕਦੇ। ਕਿਹੜੇ ਕਿਹੜੇ ਨੇ? I, X, C ਅਤੇ M। ਫਿਰ ਦੁਹਰਾਓ, I, X, C ਅਤੇ M, ਠੀਕ ਹੈ। ਅਤੇ ਜਿਹੜੇ ਕਦੇ ਵੀ ਨਹੀਂ ਦੁਹਰਾਏ ਜਾਂਦੇ, ਕਿਹੜੇ ਕਿਹੜੇ ਨੇ ਉਹ ਬੇਟਾ? V, L ਅਤੇ D। V ਦਾ ਮੁੱਲ ਕਿੰਨਾ ਸੀ? 5। L ਦਾ ਮੁੱਲ ਕਿੰਨਾ ਸੀ? 50। D ਦਾ ਮੁੱਲ ਕਿੰਨਾ ਸੀ? D ਦਾ ਮੁੱਲ ਕਿੰਨਾ ਸੀ? ਸੋਚੋ ਬੇਟਾ। ਤਾਂ D ਦਾ ਮੁੱਲ ਕਿੰਨਾ ਸੀ? 500। ਅਗਲੇ ਪੇਜ 'ਤੇ ਚੱਲੀਏ। ਇਸ ਪੇਜ 'ਤੇ ਹਲੇ ਆਪਣਾ ਇੱਕ ਰੂਲ ਰਹਿ ਗਿਆ ਸੀ ਪੜ੍ਹਨਾ। ਕਿਹੜਾ ਰੂਲ ਹੈ ਬੇਟਾ? ਨਿਯਮ ਨੰਬਰ 2। ਕਹਿੰਦੇ ਜੇ ਵੱਡੇ ਮੁੱਲ ਵਾਲੇ ਰੋਮਨ ਅੰਕ ਤੋਂ ਬਾਅਦ ਛੋਟੇ ਮੁੱਲ ਵਾਲਾ ਰੋਮਨ ਅੰਕ ਆਉਂਦਾ ਹੈ ਤਾਂ ਉਸ ਵਿੱਚ ਜੁੜ ਜਾਂਦਾ। ਜਿਵੇਂ ਹੁਣ ਇਹਨੇ ਲਿਖਿਆ V ਤੋਂ ਬਾਅਦ I, ਤਾਂ ਇਹ ਵੱਡੇ ਮੁੱਲ ਵਾਲਾ, ਇਹ ਛੋਟੇ ਮੁੱਲ ਵਾਲਾ। ਤਾਂ ਇਹ ਕਿੰਨਾ ਹੋ ਜਾਊਗਾ? ਦੇਖੋ V ਦਾ ਮਤਲਬ 5, I ਦਾ ਮਤਲਬ 1, ਤਾਂ ਇਸ ਸੰਕੇਤ ਦੀ ਵੈਲਿਊ ਕਿੰਨੀ ਹੋ ਜਾਏਗੀ? 6। ਹੁਣ ਇਹਨੇ ਇੱਕ ਹੋਰ ਦਿੱਤਾ, ਦੇਖੋ I X ਹੈ, ਉਹਦੇ ਮਗਰ 3 I ਪਾਈਆਂ ਨੇ, ਤਾਂ X ਦੇ ਜਿਹੜਾ ਵੱਡਾ ਮੁੱਲ ਆ ਉਹਦੇ ਮਗਰ ਛੋਟੇ ਅੱਖਰ ਨੇ ਨਾ, ਤਾਂ X ਦੀ ਵੈਲਿਊ 10, ਫਿਰ 3 ਵਾਰੀ ਉਹਦੇ ਵਿੱਚ 1 ਜੋੜਿਆ, ਤਾਂ ਇਹ ਕਿਸ ਸੰਕੇਤ ਨੂੰ ਦਰਸਾ ਰਿਹਾ ਹੈ? 13। ਠੀਕ ਹੈ ਬੇਟਾ, ਇਹ ਪਤਾ ਲੱਗ ਗਿਆ। ਹੁਣ ਆਪਾਂ ਅਗਲੇ ਰੂਲ 'ਤੇ ਚੱਲਦੇ ਹਾਂ। ਅਗਲਾ ਰੂਲ ਹੈ ਬੇਟਾ, ਕਿਸੇ ਵੱਡੇ ਮੁੱਲ ਵਾਲੇ ਰੋਮਨ ਅੰਕ ਤੋਂ ਪਹਿਲਾਂ ਆਉਣ ਵਾਲਾ ਛੋਟੇ ਮੁੱਲ ਦਾ ਰੋਮਨ ਅੰਕ ਉਸ ਵਿੱਚੋਂ ਘਟਾਇਆ ਜਾਂਦਾ। ਹੁਣ ਜੇ ਆਪਾਂ I ਦੇ ਪਿੱਛੇ V ਲਿਖਦੇ ਹਾਂ, ਮੂਹਰੇ ਛੋਟੇ ਮੁੱਲ ਵਾਲਾ, ਪਿੱਛੇ ਵੱਡੇ ਮੁੱਲ ਵਾਲਾ, ਤਾਂ ਇਹਨਾਂ ਨੂੰ ਕਹਿੰਦੇ ਆਪਾਂ ਘਟਾਉਣਾ, ਤਾਂ 5 ਦੇ ਵਿੱਚੋਂ 1 ਘਟੂਗਾ। ਤਾਂ ਇਹ ਚਿੰਨ੍ਹ ਕਿਸ ਨੂੰ ਦਿਖਾ ਰਿਹਾ ਹੈ? 4 ਨੂੰ। ਜੇ ਆਪਾਂ ਲਿਖਦੇ ਹਾਂ ਬੇਟਾ XL, ਤਾਂ X ਦਾ ਮੁੱਲ 10 ਹੈ, L ਦਾ ਮੁੱਲ 50 ਹੈ, ਇਹਦਾ ਮਤਲਬ ਛੋਟਾ ਅੱਖਰ ਮੂਹਰੇ ਲਿਖਿਆ ਹੋਇਆ, ਤਾਂ ਇਹ ਵੀ ਬੇਟਾ ਮਾਈਨਸ ਹੋਣਗੇ। 50 ਦੇ ਵਿੱਚੋਂ 10 ਘਟਾਏ 40। ਠੀਕ ਹੈ।
ਹੁਣ ਥੋੜ੍ਹੇ ਹੋਰ ਰੂਲ ਕਹਿੰਦੇ ਜਿਹੜਾ V ਹੈ, L ਹੈ ਅਤੇ D ਹੈ, ਕਿਹੜੇ V, L ਅਤੇ D, ਇਹ ਕਦੇ ਵੀ ਵੱਡੇ ਮੁੱਲ ਵਾਲੇ ਰੋਮਨ ਅੰਕ ਦੇ ਖੱਬੇ ਪਾਸੇ ਨਹੀਂ ਲਿਖੇ ਜਾਂਦੇ। ਮਤਲਬ ਇਹਨਾਂ ਨੂੰ ਕਦੇ ਵੀ ਘਟਾਇਆ ਨਹੀਂ ਜਾਂਦਾ। ਦੇਖੋ ਆਪਾਂ ਕਿਵੇਂ ਲਾਈਨ ਵਾਈਜ਼ ਲਿਖਦੇ ਹਾਂ, I, V, X, L, C, D, M, ਤਾਂ ਇੱਕ ਛੱਡ ਕੇ ਜਿਨ੍ਹਾਂ 'ਤੇ ਗੋਲੇ ਬਣਾਏ ਹੋਏ ਨੇ, ਇੱਕ ਛੱਡ ਕੇ ਬਣਾਏ ਹੋਏ ਨੇ ਨਾ, ਤਾਂ ਇਹਨਾਂ ਨੂੰ ਆਪਾਂ ਕਦੇ ਵੀ ਮੂਹਰੇ ਨਹੀਂ ਲਿਖ ਸਕਦੇ, ਘਟਾ ਨਹੀਂ ਸਕਦੇ। ਠੀਕ ਹੈ, ਯਾਦ ਰਹਿ ਜੂਗਾ ਬੇਟਾ ਇੰਨੀ ਗੱਲ। ਜੇ ਆਪਾਂ ਇਹਨਾਂ ਨੂੰ ਯਾਦ ਰੱਖਾਂਗੇ ਫੇਰ ਹੀ ਰੋਮਨ ਅੰਕ ਲਿਖ ਪਾਵਾਂਗੇ, ਐਦਾਂ ਤਾਂ ਆਪਣੇ ਤੋਂ ਲਿਖੇ ਹੀ ਨਹੀਂ ਜਾਣੇ ਫਿਰ। ਦੇਖੋ ਰੂਲ ਨੰਬਰ 5। ਰੂਲ ਨੰਬਰ 5 ਕੀ ਕਹਿ ਰਿਹਾ ਹੈ, ਜੇਕਰ ਇੱਕ ਘੱਟ ਮੁੱਲ ਵਾਲਾ ਰੋਮਨ ਅੰਕ ਵੱਧ ਮੁੱਲ ਵਾਲੇ ਰੋਮਨ ਅੰਕਾਂ ਦੇ ਵਿਚਕਾਰ ਆਉਂਦਾ, ਮਤਲਬ ਜੇ 3 ਅੰਕ ਲਿਖੇ ਹੋਏ ਨੇ, ਜਿਵੇਂ ਇਹਨੇ ਲਿਖਿਆ X, I, X, ਛੋਟੇ ਮੁੱਲ ਵਾਲਾ 2 ਵੱਡੇ ਮੁੱਲ ਵਾਲਿਆਂ ਦੇ ਵਿਚਾਲੇ ਆਇਆ, ਤਾਂ ਪਹਿਲੇ ਨੂੰ ਕੁਛ ਨਹੀਂ ਕਹਿਣਾ ਬੇਟਾ, ਇਸ ਦੇ ਵਿੱਚੋਂ ਇਹਨੂੰ ਘਟਾ ਦੇਣਾ। ਠੀਕ ਹੈ, ਤਾਂ ਇਹਦਾ ਆਨਸਰ ਕਿਵੇਂ ਲਿਖਾਂਗੇ ਆਪਾਂ, 10 ਤਾਂ ਹੈਗਾ ਹੀ ਹੈ ਪਹਿਲਾ, ਦੂਸਰੇ ਨੂੰ ਕੀ ਲਿਖਣਾ ਹੈ 10 - 1, ਤਾਂ ਇਹ ਆ ਜਾਊਗਾ 10 + 9 19। ਕਲੀਅਰ ਹੋ ਗਈ ਗੱਲ। ਜੇ 3 ਨੇ ਬੇਟਾ ਅੰਕ ਸੰਕੇਤ ਲਿਖੇ ਹੋਏ ਔਰ ਸੈਂਟਰ ਵਾਲਾ ਅੱਖਰ ਜਿਹੜਾ ਛੋਟਾ ਹੈ ਦੋਨਾਂ ਨਾਲੋਂ, ਤਾਂ ਪਹਿਲੇ ਨੂੰ ਨਹੀਂ ਕੁਝ ਕਹਿਣਾ, ਪਿਛਲੇ ਵਾਲੇ 'ਚੋਂ ਉਹਨੂੰ ਮਾਈਨਸ ਕਰ ਦੇਣਾ। ਠੀਕ ਹੈ ਬੇਟਾ, ਅਗਲਾ ਦੇਖੋ, ਜੇ ਕਹਿੰਦੇ ਅਸੀਂ ਰੋਮਨ ਅੰਕ ਦੇ ਉੱਪਰ ਬਾਰ ਲਗਾ ਦਿੰਦੇ ਹਾਂ, ਬਾਰ ਦਾ ਮਤਲਬ ਕੀ ਹੁੰਦਾ, ਐਦਾਂ ਇੱਕ ਲਾਈਨ ਲਗਾ ਦਿੰਦੇ ਹਾਂ। ਠੀਕ ਹੈ, ਵੀ X ਦੇ ਉੱਪਰ ਐਦਾਂ ਲਾਈਨ ਲਗਾਤੀ, ਤਾਂ ਇਹਦਾ ਮਤਲਬ ਹੁੰਦਾ ਬੇਟਾ ਕਿ 1000 ਨਾਲ ਗੁਣਾ ਹੋ ਗਈ ਉਹਨਾਂ ਦੀ। V ਦਾ ਮੁੱਲ ਕਿੰਨਾ ਸੀ 5, ਤਾਂ ਇਹ ਕਹਿੰਦੇ 1000 ਨਾਲ ਗੁਣਾ ਹੋ ਗਈ, ਤਾਂ ਆਪਣਾ ਆਨਸਰ ਕਿੰਨਾ ਬਣ ਜੂਗਾ ਫਿਰ 5000। X ਦੀ ਵੈਲਿਊ ਕਿੰਨੀ ਸੀ 10, ਉੱਪਰ ਬਾਰ ਆ ਗਿਆ, ਤਾਂ ਇਹਦਾ ਮਤਲਬ 1000 ਨਾਲ ਗੁਣਾ ਹੋ ਗਈ, ਤਾਂ ਇਹ ਕਿੰਨੀ ਵੈਲਿਊ ਬਣ ਜਾਏਗੀ 10000। ਠੀਕ ਹੈ, ਸਮਝ ਆ ਗਿਆ ਜੀ। ਹੁਣ ਆਪਾਂ ਨੈਕਸਟ ਪੇਜ 'ਤੇ ਚੱਲਦੇ ਹਾਂ। ਹਾਂਜੀ ਬੇਟਾ, ਤਾਂ ਪਹਿਲਾਂ ਆਪਾਂ ਆ ਗਏ ਹੁਣ ਐਕਸਰਸਾਈਜ਼ 1.5 ਤੇ। ਇਹਦੇ ਵਿੱਚ ਪਹਿਲਾ ਕੁਐਸਚਨ ਹੈ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਅਰਥਹੀਨ ਹੈ। ਅਰਥਹੀਨ ਮਤਲਬ ਵੀ ਐਦਾਂ ਆਪਾਂ ਲਿਖ ਨਹੀਂ ਸਕਦੇ। ਤਾਂ ਦੇਖੋ ਬੇਟਾ, ਤੁਸੀਂ ਧਿਆਨ ਨਾਲ ਜਦੋਂ ਦੇਖੋਗੇ, ਜਿਹੜਾ A ਹੈ, B ਹੈ, D ਹੈ ਅਤੇ E ਹੈ, ਇਹ ਜਿੰਨੇ ਆਪਾਂ ਨਿਯਮ ਪੜ੍ਹੇ ਨੇ ਉਹਨਾਂ ਦੇ ਅਨੁਸਾਰ ਨਹੀਂ ਹੈਗੇ। ਕਿਵੇਂ, ਜਿਵੇਂ ਇਹਦੇ ਵਿੱਚ ਤਾਂ C ਦੇ ਵਿੱਚੋਂ 1 ਘਟਾਇਆ ਪਿਆ ਹੈ ਨਾ, ਆਪਾਂ ਇਹ ਘਟਾ ਨਹੀਂ ਸਕਦੇ। ਇੱਥੋਂ V ਘਟਾਇਆ ਪਿਆ, V ਨਹੀਂ ਮੂਹਰੇ ਆਉਂਦਾ, ਇਹ ਨਹੀਂ ਘਟਾ ਸਕਦੇ ਆਪਾਂ। ਇੱਥੇ ਦੇਖੋ ਜਿਹੜੀ 100 ਹੈ, C ਦੇ ਮੂਹਰੇ ਆਪਾਂ ਛੋਟਾ ਅੱਖਰ ਲਿਖ ਰੱਖਿਆ, ਇਹ ਵੀ ਨਹੀਂ ਲਿਖ ਸਕਦੇ। M ਦੇ ਵਿੱਚੋਂ 10 ਨਹੀਂ ਘਟਾਣੇ, ਤਾਂ ਇਹ ਚਾਰੇ ਕੀ ਹੋ ਗਏ ਬੇਟਾ ਅਰਥਹੀਨ ਨੇ। ਸਿਰਫ ਆਪਾਂ C ਜਿਹੜਾ ਹੈਗਾ ਉਹ ਰੋਮਨ ਅੰਕ ਲਿਖ ਸਕਦੇ ਹਾਂ। ਉਹਨੂੰ ਕੀ ਲਿਖਾਂਗੇ, ਦੇਖੋ C ਚੋਂ 10 ਘਟਾਇਆ, C ਕਿੰਨਾ 100, 100 ਦੇ ਵਿੱਚੋਂ ਆਪਾਂ 10 ਘਟਾਏ, ਕਿੰਨੇ ਬਣ ਗਏ 90, ਪਲੱਸ ਇਹ ਕਿੰਨਾ ਬੇਟਾ 5 ਦੇ ਪਿੱਛੇ ਛੋਟੇ ਅੱਖਰ ਲਿਖੇ ਹੋਏ ਨੇ, ਜੁੜਨਗੇ ਕਿੰਨੇ ਨੇ ਇਹ 7, ਤਾਂ ਇਹ ਕਿੰਨਾ ਬਣੂਗਾ 90 - 7 = 97। ਠੀਕ ਹੈ ਜੀ, ਇਹ ਸਮਝ ਆ ਗਿਆ। ਨੈਕਸਟ ਕੁਐਸਚਨ, ਜਿਹੜਾ ਦੂਜਾ ਕੁਐਸਚਨ ਹੈ ਬੇਟਾ, ਉਹ ਹੈ ਹੇਠਾਂ ਲਿਖੀਆਂ ਰੋਮਨ ਸੰਖਿਆਵਾਂ ਨੂੰ ਹਿੰਦੂ ਅਰਬੀ ਪ੍ਰਣਾਲੀ ਅਨੁਸਾਰ ਲਿਖੋ। ਮਤਲਬ ਆਪਾਂ ਦੱਸਣਾ ਵੀ ਇਹ ਗਿਣਤੀ ਦੇ ਕਿਹੜੇ ਅੱਖਰ ਨੂੰ ਦਿਖਾ ਰਿਹਾ। ਠੀਕ ਹੈ, ਤਾਂ ਹੁਣ ਦੇਖੋ A 2 ਵਾਰੀ X ਪਾਇਆ ਹੋਇਆ, ਇਹਦਾ ਮਤਲਬ ਕਿੰਨਾ ਆਨਸਰ ਆ ਗਿਆ ਇਹਦਾ B। ਫਿਰ ਕੀ ਪਾਇਆ ਹੋਇਆ V ਦਾ ਮਤਲਬ ਕਿੰਨਾ ਹੁੰਦਾ 5, ਤਾਂ ਪਹਿਲੀ ਜਿਹੜੀ ਰੋਮਨ ਸੰਖਿਆ ਹੈ ਉਹ ਕਿਹੜੇ ਅੰਕ ਨੂੰ ਦਿਖਾ ਰਹੀ ਹੈ 25 ਨੂੰ। ਠੀਕ ਹੈ, ਦੂਸਰਾ ਦੇਖੋ L ਦੇ ਅੱਗੇ X ਪਾਇਆ ਹੋਇਆ, ਤਾਂ ਇਹਦਾ ਮਤਲਬ 50 ਚੋਂ ਕਿੰਨੇ ਘਟਾਣੇ ਹੈ 10, ਪਲੱਸ ਕਿੰਨਾ ਬੇਟਾ V ਦਾ ਮਤਲਬ 5। ਹੁਣ 50 ਚੋਂ 10 ਘਟਾਏ 40, 40 ਦੇ ਵਿੱਚ ਆਪਾਂ 5 ਜੋੜਾਂਗੇ, ਕਿੰਨਾ ਆ ਜਾਊਗਾ 45। ਠੀਕ, ਰੂਲਸ ਵੀ ਯਾਦ ਰੱਖਣੇ ਆ, ਫਟਾਫਟ ਆਪਾਂ ਨੂੰ ਇਹਨਾਂ ਦੇ ਸੰਕੇਤਾਂ ਦਾ ਮੁੱਲ ਵੀ ਯਾਦ ਹੋਣਾ ਚਾਹੀਦਾ। ਨੈਕਸਟ ਦੇਖੋ ਬੇਟਾ, L ਦੇ ਪਿੱਛੇ 2 ਵਾਰ X ਪਾਇਆ, L ਕੀ ਹੁੰਦਾ 50, ਫਿਰ ਪਿੱਛੇ ਪਾਇਆ ਛੋਟਾ ਅੱਖਰ ਤਾਂ ਉਹ ਜੁੜੂਗਾ, 2 ਵਾਰੀ ਪਾਇਆ ਤਾਂ 20 ਜੁੜ ਗਿਆ, ਕਿੰਨਾ ਬਣ ਗਿਆ ਬੇਟਾ ਇਹ 70। ਉਸ ਤੋਂ ਬਾਅਦ ਹੈਗਾ IX, ਜਦੋਂ ਵੱਡੇ ਅੱਖਰ ਦੇ ਮੂਹਰੇ ਛੋਟਾ ਅੱਖਰ ਹੈ ਤਾਂ ਉਹ ਘਟੂਗਾ, 10 ਚੋਂ 1 ਘਟਾਏ 9, ਤਾਂ 70 ਤੇ 9 ਕਿੰਨੇ ਹੋ ਗਏ ਬੇਟਾ 79। ਤਿੰਨੋਂ ਸਮਝ ਆ ਗਏ। ਅਗਲਾ ਦੇਖਦੇ ਹਾਂ ਚੌਥਾ ਬੇਟਾ, ਚੌਥੇ ਦੇ ਵਿੱਚ ਕੀ ਹੈ
C ਦੇ ਮੂਹਰੇ x ਲਿਖਿਆ ਹੋਇਆ ਤਾਂ ਘਟੂਗਾ। 100 ਦੇ ਵਿੱਚੋਂ 10 ਘਟਾਉਣੇ ਆ ਪਲੱਸ ਹੁਣ x ਦੇ ਮੂਹਰੇ 1 ਲਿਖਿਆ ਹੋਇਆ ਇਹ ਵੀ ਘਟੂਗਾ। 10 ਚੋਂ 1 ਘਟਾਣੇ ਆ। 100 ਚੋਂ 10 ਘਟਾਵਾਂਗੇ 90, 10 ਚੋਂ 1 ਘਟਾਵਾਂਗੇ 9, ਜੋੜਾਂਗੇ ਇਹ ਕਿੰਨਾ ਬਣ ਗਿਆ 99। ਕਲੀਅਰ ਹੈ ਜੀ। ਹੁਣ ਆ ਗਿਆ ਆਪਣੇ ਕੋਲੇ ਈ ਪਾਰਟ। ਇਹ ਦੇਖੋ C ਦੇ ਬਾਅਦ ਵਿੱਚ L ਲਿਖਿਆ ਹੋਇਆ। C ਦੇ ਬਾਅਦ ਵਿੱਚ ਤਾਂ C ਕਿੰਨਾ 100, ਉਹਦੇ ਬਾਅਦ L ਲਿਖਿਆ ਹੋਇਆ L ਕਿੰਨਾ 50, ਤਾਂ 100 ਤੇ 50 ਕਿੰਨੇ ਹੋ ਗਏ 150। ਉਸ ਤੋਂ ਬਾਅਦ ਕਿਹੜੇ ਅੱਖਰ ਰਹਿ ਗਏ XI ਤੇ ਨਾਲ 5। ਹੁਣ x ਤਾਂ ਐਵੇਂ ਹੀ ਰਹੂਗਾ ਕਿਉਂਕਿ ਆਪਾਂ ਪੜ੍ਹਿਆ ਵੀ ਜਦੋਂ 3 ਸੰਕੇਤ ਨੇ ਔਰ ਵਿਚਾਲੇ ਛੋਟਾ ਹੈ ਤਾਂ ਉਹ ਪਿਛਲੇ ਵਿੱਚੋਂ ਘਟਦਾ, ਤਾਂ 10 ਤਾਂ ਐਵੇਂ ਹੀ ਰਹੂਗਾ। ਹੁਣ 5 ਚੋਂ 1 ਘਟਾਏ ਕਿੰਨਾ ਆਊਗਾ 4। 150 ਚ 10 ਜੋੜੇ 160, 160 ਚ 4 ਜੋੜਾਂਗੇ 164। ਠੀਕ ਹੈ ਬੇਟਾ। D ਤੇ E ਸਮਝ ਆ ਗਏ। ਹੁਣ ਆ ਜਾਓ F ਤੇ। DC ਇਹਦਾ ਮਤਲਬ ਕੀ D 500 ਸੀ। ਠੀਕ ਹੈ 500 ਦੇ ਪਿੱਛੇ C ਲਿਖਿਆ, 500 ਦੇ ਵਿੱਚ ਇਹਦਾ ਮਤਲਬ ਆਪਾਂ ਕਿੰਨਾ ਜੋੜਨਾ 100, ਤਾਂ DC ਦਾ ਮਤਲਬ ਕਿੰਨਾ ਹੋ ਗਿਆ 600। ਫਿਰ ਹੈਗਾ ਤੁਹਾਡੇ ਕੋਲੇ LX। L ਦਾ ਮੁੱਲ ਕਿੰਨਾ 50, 50 ਦੇ ਵਿੱਚ ਆਪਾਂ 10 ਜੋੜੇ ਕਿੰਨਾ ਹੋ ਗਿਆ ਇਹ 60। ਫਿਰ ਕਿੰਨਾ ਬੇਟਾ 2 ਹੈ, 2 ਵਾਰ ਆਈ ਪਾਇਆ ਹੋਇਆ ਨਾ ਤਾਂ ਇਹ 2 ਹੈ। ਇਹਨਾਂ ਨੂੰ ਜੋੜ ਲਓ 660 ਨਾਲ 2 ਹੋਰ ਜੁੜ ਗਏ 662। ਕਲੀਅਰ ਹੋਈ ਗੱਲ। ਅੱਖਰ ਨੂੰ ਦੇਖੀ ਜਾਣਾ ਬੇਟਾ, ਉਸ ਦੇ ਹਿਸਾਬ ਨਾਲ ਆਪਾਂ ਆਨਸਰ ਆਪਣਾ ਲਿਖੀ ਜਾਣਾ। ਹਾਂਜੀ ਹੁਣ ਆਪਾਂ ਆ ਗਏ ਬੇਟਾ ਜੀ ਕੁਐਸਚਨ ਤੇ। DL D ਹੁੰਦਾ ਬੇਟਾ 500, ਜਦੋਂ ਆਪਾਂ DL ਦਾ ਮੁੱਲ ਲਿਖਾਂਗੇ D ਹੋਇਆ 500 ਤੇ ਉਹਦੇ ਵਿੱਚ ਕਿੰਨੇ ਜੋੜੇ 50। ਫਿਰ ਹੈਗਾ XIX, ਤਾਂ ਪਹਿਲੇ ਵਾਲੇ ਨੂੰ ਤਾਂ ਕੁਛ ਨਹੀਂ ਕਹਿਣਾ, ਜਿਹੜਾ ਦੂਸਰਾ ਵਾਲਾ ਹੈ ਇਹਦੇ ਚੋਂ ਇਹਨੇ 1 ਨੇ ਘਟਣਾ, 10 ਚੋਂ 1 ਘਟਾਏ 9। ਹੁਣ ਇਹਨਾਂ ਨੂੰ ਜੋੜ ਲਓ 550, 10 ਜੋੜੇ 560, 9 ਜੋੜੇ 569। ਠੀਕ ਹੈ ਸਮਝ ਆ ਗਿਆ। ਫਿਰ ਆ ਗਿਆ ਆਪਣੇ ਕੋਲ ਬੇਟਾ H ਸਵਾਲ। H ਥੋੜਾ ਜਿਹਾ ਦੇਖੋ ਲੰਬਾ ਹੈ, ਕਿੰਨੇ ਸਾਰੇ ਸੰਕੇਤ ਯੂਜ਼ ਕੀਤੇ ਹੋਏ ਨੇ। ਤਾਂ ਇਹਦੇ ਵਿੱਚ ਦੇਖੋ ਜੀ DCC, DCC ਤਾਂ D ਦਾ ਮੁੱਲ 500, ਪਿੱਛੇ 2 ਸੀਆਂ ਨੇ ਇਹਦਾ ਮਤਲਬ ਆਪਾਂ 2 ਵਾਰੀ 100 ਜੋੜਿਆ। ਉਸ ਤੋਂ ਬਾਅਦ ਹੈਗਾ LX, ਤਾਂ 50 ਦੇ ਬਾਅਦ ਬੇਟਾ 10 ਜੋੜਿਆ। ਠੀਕ ਹੈ। ਫਿਰ ਹੈਗਾ ਆਪਣੇ ਕੋਲੇ LX ਤੋਂ ਬਾਅਦ VI, ਤਾਂ ਇਹ ਵੀ 5 ਦੇ ਵਿੱਚ ਆਪਾਂ 1 ਜੋੜਿਆ 6। ਜੋੜੋ ਇਹਨਾਂ ਨੂੰ 500, 600, 700, 750, 760 ਦੇ ਵਿੱਚ 6 ਜੋੜੇ 766। ਠੀਕ ਹੈ। ਰੋਮਨ ਅੰਕ ਪੜ੍ਹਨੇ ਆ ਰਹੇ ਨੇ ਨਾ, ਸਮਝ ਆ ਰਿਹਾ ਤੁਹਾਨੂੰ। ਇੱਕ ਵਾਰ ਬੇਟਾ ਇਹਨਾਂ ਨੂੰ ਖੁਦ ਵੀ ਲਿਖ ਕੇ ਦੇਖ ਲਿਓ। ਠੀਕ ਹੈ, ਇਹ ਨਾ ਹੋਵੇ ਵੀ ਤੁਸੀਂ ਭੁੱਲ ਜਾਓ। ਇੱਕ ਵਾਰ ਜਦੋਂ ਖੁਦ ਲਿਖ ਕੇ ਦੇਖੋਗੇ, ਪ੍ਰੈਕਟਿਸ ਕਰੋਗੇ, ਫਿਰ ਇਹ ਤੁਹਾਨੂੰ ਨਹੀਂ ਭੁੱਲਣਗੇ। ਠੀਕ ਹੈ ਬੇਟਾ। ਹੁਣ ਆਪਾਂ ਦੇਖਦੇ ਹਾਂ ਆਪਣਾ ਆਈ ਸਮ। ਆਈ ਦੇ ਵਿੱਚ ਦੇਖੋ ਕਿੰਨੇ ਸਾਰੇ ਰੋਮਨ ਸੰਕੇਤ ਯੂਜ਼ ਕੀਤੇ ਹੋਏ ਨੇ। CD, C ਕਿੰਨਾ ਬੇਟਾ C ਦੀ ਇੱਥੇ ਦੇਖੋ ਆਈ ਸਮ ਕਰ ਰਹੇ ਹਾਂ। ਪਹਿਲਾਂ ਹੈਗਾ ਆਪਣੇ ਕੋਲੇ CD, D ਦੇ ਪਿੱਛੇ ਛੋਟੀ ਅੰਕ ਹੈ ਨਾ, ਤਾਂ D 500 ਹੁੰਦਾ, C 100 ਹੁੰਦਾ, ਤਾਂ ਇਹਨੂੰ ਘਟਾਵਾਂਗੇ ਕਿੰਨਾ ਰਹਿ ਗਿਆ 400। ਉਸ ਤੋਂ ਬਾਅਦ 3 ਵਾਰੀ X ਪਾਇਆ ਹੋਇਆ, ਇਟ ਮੀਨਸ ਕਿੰਨੇ ਨੇ ਇਹ 30। ਫਿਰ ਹੈਗਾ V ਦੇ ਮਗਰ 3 ਆਈਜ਼, ਇਹ ਵੀ ਜੁੜਨਗੀਆਂ ਕਿਉਂਕਿ ਵੱਡੀ ਰਕਮ ਦੇ ਪਿੱਛੇ ਵੱਡੇ ਅੰਕ ਦੇ ਪਿੱਛੇ ਛੋਟੇ ਅੰਕ ਨੇ। 5, 6, 7, 8 ਇਹਨਾਂ ਨੂੰ ਜੋੜੋ 400 ਚ 30 ਜੋੜੇ 430, 8 ਜੋੜਾਂਗੇ 438। ਠੀਕ ਹੈ। ਲਾਸਟ ਰਹਿ ਗਿਆ ਆਪਣੇ ਕੋਲੇ J। ਸਭ ਤੋਂ ਪਹਿਲਾਂ ਹੈ MCC, ਤਾਂ M ਦੀ ਵੈਲਿਊ ਬੇਟਾ 1000 ਹੁੰਦੀ ਹੈ, ਉਹਦੇ ਵਿੱਚ 2 ਵਾਰੀ 100 ਜੋੜਿਆ, ਇਹਦਾ ਮਤਲਬ MCC ਦਾ ਮੁੱਲ ਕਿੰਨਾ ਹੈ 1200। ਕਲੀਅਰ। ਫਿਰ ਹੈਗਾ XL, XL ਦਾ ਮਤਲਬ L ਵੱਡੀ ਹੈ ਸੰਖਿਆ, X ਛੋਟੀ ਹੈ ਮੂਰੇ ਲਿਖੀ ਹੋਈ ਹੈ ਤਾਂ ਆਪਾਂ ਘਟਾਵਾਂਗੇ 50 ਚੋਂ 10 ਘਟਾਵਾਂਗੇ, ਕਿੰਨੇ ਰਹਿ ਗਏ 40। ਫਿਰ ਹੈਗਾ VI, ਇਹ ਕਿਹੜੇ ਅੰਕ ਨੂੰ ਦਰਸਾਉਂਦਾ ਹੁੰਦਾ 6 ਨੂੰ, ਤਾਂ ਜੋੜ ਲਓ 1240, 40 ਦੇ ਵਿੱਚ 6 ਜੋੜੇ 46, ਤੇ ਇਹਦਾ ਆਨਸਰ ਆ ਜਾਏਗਾ 1246। ਤਾਂ ਦੂਸਰਾ ਸਮ ਬੇਟਾ ਆਪਾਂ ਕਰ ਲਿਆ ਸਾਰਾ। ਹੁਣ ਆਪਾਂ ਕਰਦੇ ਹਾਂ ਜੀ ਥਰਡ ਸਮ। ਇਹ ਕੀ ਹੈ, ਅੰਕ ਦਿੱਤੇ ਹੋਏ ਨੇ, ਇਸ ਨੂੰ ਰੋਮਨ ਸੰਖਿਆ ਪ੍ਰਣਾਲੀ ਅਨੁਸਾਰ ਲਿਖਣਾ, ਮਤਲਬ ਇਹਨਾਂ ਦੇ ਆਪਾਂ
रोमन अंक बनाने हैं। लेट स्टार्ट बेटा। थर्ड दा फस्ट है 29। तो 29 किस तरह बनया? 29 बनया बेटा 20 + 9। तो 20 नूं किद्दां लिखांगे? 2 वारी x। 9 नूं किद्दां लिखांगे? जदों 10 दे विच्चों 1 घटावांगे। तो इहदा संकेत की हो गया? x x i x। ठीक है जी। नैक्सट 63 है अगला। तो 63 नूं किवें लिखांगे आपां? 60 + 3। तो 60 का कोई संकेत है अपने कोले? नो। तो 60 नूं किस तरह लिखांगे? 50 - 50 + 10 + 3। 50 का साइन बेटा जी L। जोड़ना है तो पिछले पासे X लिखना है, मतलब मगर 3 का मतलब 3 आईज। तो 63 लिखा गया। आ गई गल समझ। नैक्सट हैगा अपने कोले 94। तो 94 नूं किवें लिखांगे? कोई संकेत है अपने को 90 का? तो फिर 100 ही वरतो। ठीक है। 100 चों 10 घटाए 90 + 4 94। तो 100 का संकेत C। 10 घटाने ने तो मूरे लिखना है। तो 4 का संकेत किन्ना है? IV। ठीक है। ये लिखता आपने बेटा जी 94। D हैगा अपने कोले 99। तो 99 किवें लिखांगे आपां? 100 चों 1 घटावांगे। तो 100 दे विच्चों C दे मूहरे जे आपां I लिखते हाँ फिर तो अर्थहीन बन जाएगा। ये तो आप इदां लिख नहीं सकते। तो इसनूं किस तरह लिखांगे? 99 है तो इनू लिखांगे आपां बेटा जी पहला 90 + 9। हुण 90 किद्दां लिखिया जाएगा? C किहदा अंक संकेत है? 100 का। जे 100 दे विचों आपां 10 घटाने हैं तो मूहरे लिखना पऊगा। ये बन गया अपने कोले 90। जो 9 लिखना है बेटा तो 10 के मूहरे 1 पाना पएगा तो ही वो 9 बनेगा। तो ये जिहड़ी संख्या है रोमन संख्या अपने कोल बन गई जिहड़ी शो कर रही है 99 नूं। ठीक है। तो पहला एक बार देखा करो भी तुहाडे कोल उसका पर्टिकुलर साइन संकेत हैगा। जे हैगा फिर उसनूं तोड़ो, वरना 100 चों 1 नहीं घटा सकते आप। ठीक है जी। ई पार्ट करते हैं। ई पार्ट हैगा C अपने कोले 156। ई पार्ट 156। तो इनू किस तरह लिखांगे बेटा? पहला 100 लिखना पऊगा +50 + 6। 100 का साइन की है? C। जो आप 50 जोड़ने हैं तो वो पिछे L लिखा जाऊगा। तो यह बन गया 100 + 50। 6 की निशानी की 6 का संकेत कितना हुंदा? 5 के पिछे I पाना है। तो ये बन गई बेटा संख्या 156। फिर हैगा अपने कोले F सम 293। हुण 293 नूं किवें लिखांगे? 200 का तो कोई साइन ही नहीं हुंदा। तो 100 + 100 लिखांगे। उस तो बाद आपां 90 लिखांगे। फिर आपां 3 लिखांगे। तो 100 का साइन C। तो यदा मतलब 2 बारी C पानी है। फिर 90। 90 किवें लिखांगे? जदों आपां 100 दे विच्चों 10 घटा दांगे तो जिहड़ा घटाउणा है वो मूहरे लिखना है। ठीक है। ये तो लिखा सी बेटा 200, ये लिखिया आपां 90। फिर लिखना है 3 तो 3 आईज पै जाएंगियां। क्लीयर है जी। फिर आ गया अपने कोले जी सम। जी हैगा 472। तो सब तो पहला बेटा आपां लिखना है 400, फिर लिखांगे 70, फिर लिखांगे 2। तो हुण 400 किवें लिखांगे? 400 का तो कोई संकेत नहीं। 4 वारी आपां सीआं भी नहीं पा सकते। तो 500 चों 100 घटूगा। 500 का साइन किहड़ा हुंदा बेटा? D। 100 घटाउणा है तो मूहरे लिखना पऊगा। ये बन गया CD। हुण लिखना है बेटा 70। तो 70 किवें लिखोगे? L हुंदा है 50। 50 दे विच आपां 2 10 जोड़ दांगे। ठीक है। 70 बन गया। 2 नूं किवें दिखावांगे? 2 आईज। तो ये कितनी बन गई संख्या? 472। क्लीयर है राजे। नैक्सट हम देखते हैं जी। ठीक है। ये समझ आ गया। ये आपां कीता सी H सम। हुण आ गया आपां I ते। I सम दे विच की है? 1458 लिखना है। कितनी वड्डी संख्या लिखनी है ना। तो 1400 के लिए पहला तो 1000 लिखना पऊगा। फिर उस तो बाद 400 लिखना पऊगा। फिर 50 है। फिर 8 है।
ਤਾਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਰਫ ਆਈਡੀਆ ਲਗਾ ਲਿਆ। ਤਾਂ 1000 ਦਾ M। ਹੁਣ 400 ਕਿਵੇਂ ਲਿਖਾਂਗੇ ਬੇਟਾ? ਜਦੋਂ 500 ਦੇ ਵਿੱਚੋਂ ਆਪਾਂ 100 ਘਟਾ ਦਾਂਗੇ। ਜਿਹੜਾ ਅੱਖਰ ਘਟਾਉਣਾ ਹੈ ਉਹ ਅੱਗੇ ਲਿਖਣਾ ਹੈ, ਜਿਹੜਾ ਜੋੜਨਾ ਉਹ ਪਿੱਛੇ ਲਿਖਣਾ। ਤਾਂ ਇਹ 400 ਬਣ ਚੁੱਕਿਆ। ਹੁਣ ਲਿਖਣਾ ਆਪਾਂ 50। 50 ਦਾ ਸਾਈਨ ਹੁੰਦਾ L। ਫਿਰ ਲਿਖਣਾ ਆਪਾਂ 8। 20 ਦੇ ਪਿੱਛੇ 3 ਆਈਜ਼ ਬਣ ਗਿਆ 8। ਤਾਂ ਇਹ ਜਿਹੜੇ ਸੰਕੇਤ ਹੈ, ਇਹ ਜਿਹੜੀ ਰੋਮਨ ਸੰਖਿਆ ਹੈ, ਕਿਸ ਨੂੰ ਦਿਖਾ ਰਹੀ ਹੈ? 1458। ਫਿਰ ਆ ਗਿਆ ਆਪਾਂ ਆਪਣੇ ਜੇ ਪਾਰਟ ਤੇ। ਜੇ ਪਾਰਟ ਹੈਗਾ 948। ਤਾਂ ਪਹਿਲਾਂ 900 ਲਿਖੋਗੇ, ਫਿਰ 40 ਲਿਖੋਗੇ, ਫਿਰ 8 ਲਿਖੋਗੇ। ਹੁਣ 900 ਕਿਵੇਂ ਲਿਖੋਗੇ? ਜੋ M ਹੈ, ਜੋ 1000 ਹੈ, ਉਹਦੇ ਮੂਹਰੇ C ਪਾ ਦਿਓ। ਇਹਦਾ ਮਤਲਬ 1000 ਚੋਂ 100 ਘਟ ਗਏ। ਕਿੰਨੇ ਬਣ ਗਏ ਇਹ? 900। ਹੁਣ ਜਦੋਂ 40 ਲਿਖਣਾ ਹੈ ਤਾਂ 50 ਦੇ ਮੂਹਰੇ X ਲਿਖ ਦਿਓ। 50 ਚੋਂ 10 ਘਟ ਗਏ, 40 ਰਹਿ ਗਏ। ਫਿਰ ਹੈਗਾ 8। ਦੇਖੋ 8 ਦਾ ਸੰਕੇਤ ਤਾਂ ਆਪਾਂ ਨੂੰ ਯਾਦ ਹੋ ਗਿਆ ਨਾ। ਹੁਣ 20 ਦੇ ਪਿੱਛੇ 3 ਆਈਜ਼। ਕਲੀਅਰ ਹੈ ਰਾਜੇ? ਨੈਕਸਟ ਦੇਖਾਂਗੇ। ਅਗਲਾ ਹੈਗਾ ਆਪਣੇ ਕੋਲੇ 199। ਤਾਂ ਛੋਟੀ ਸੰਖਿਆ ਹੀ ਹੈ ਨਾ। ਕੀ ਸਵਾਲ ਕਰ ਰਹੇ ਹਾਂ ਆਪਾਂ? 199। ਤਾਂ ਇਹ ਕਿਵੇਂ ਜੁੜੂਗਾ? ਦੇਖੋ 100 ਤਾਂ ਲਿਖਣਾ ਹੀ ਹੈ, ਪਲੱਸ 90 ਪਲੱਸ 9। ਤਾਂ ਹੁਣ ਦੇਖੋ ਪਹਿਲਾਂ 100 ਦਾ ਕੀ ਹੋਊਗਾ ਸਾਈਨ? C। 90 ਕਿਵੇਂ ਲਿਖਾਂਗੇ? ਜਦੋਂ 100 ਦੇ ਵਿੱਚੋਂ 10 ਘਟਾ ਦਾਂਗੇ। ਫਿਰ 9 ਕਿਵੇਂ ਲਿਖਾਂਗੇ? ਜਦੋਂ 10 ਦੇ ਵਿੱਚੋਂ 1 ਘਟਾ ਦਾਂਗੇ। ਤਾਂ CXCIX ਕਿਹੜੀ ਸੰਖਿਆ ਬਣ ਗਈ ਬੇਟਾ? 199। ਕਲੀਅਰ? ਤਾਂ ਜਿਹੜਾ L ਸਮ ਹੈ ਉਹਦੇ ਵਿੱਚ ਆਪਾਂ ਲਿਖਣਾ ਹੈ 499। ਤਾਂ 400 ਪਲੱਸ 90 ਪਲੱਸ 9। 400 ਕਿਵੇਂ ਲਿਖਾਂਗੇ? ਜਦੋਂ 500 ਦੇ ਵਿੱਚੋਂ ਆਪਾਂ 100 ਘਟਾਵਾਂਗੇ। CD। 90 ਕਿਵੇਂ ਲਿਖਾਂਗੇ ਬੇਟਾ? ਜਦੋਂ ਆਪਾਂ 100 ਦੇ ਵਿੱਚੋਂ 10 ਘਟਾਵਾਂਗੇ। 9 ਕਿਵੇਂ ਲਿਖਾਂਗੇ ਬੇਟਾ? ਜਦੋਂ ਆਪਾਂ 10 ਵਿੱਚੋਂ 1 ਘਟਾਵਾਂਗੇ। ਤਾਂ ਜੋ ਜੋ ਘਟਾ ਰਹੇ ਹਾਂ ਆਪਾਂ ਉਹ ਵੱਡੇ ਅੱਖਰ ਦੇ ਖੱਬੇ ਪਾਸੇ ਲਿਖਣਾ ਹੈ। ਠੀਕ ਹੈ? 499 ਸਮਝ ਆ ਗਿਆ ਕਿੱਦਾਂ ਲਿਖਣਾ ਹੈ? ਨੈਕਸਟ ਚੱਲਦੇ ਹਾਂ ਜੀ। ਹਾਂਜੀ, M ਪਾਰਟ ਤੇ ਆ ਗਏ ਬੇਟਾ ਆਪਾਂ। M ਪਾਰਟ ਹੈ 699। ਤਾਂ ਪਹਿਲਾਂ ਤੁਸੀਂ 600 ਲਿਖੋਗੇ, ਫਿਰ 90 ਲਿਖੋਗੇ, ਫਿਰ 9 ਲਿਖੋਗੇ। ਤਾਂ 600 ਕਿਵੇਂ ਲਿਖਿਆ ਜੀ? ਜਦੋਂ ਆਪਾਂ 500 ਦੇ ਵਿੱਚ 100 ਜੋੜਿਆ ਤਾਂ ਦੇਖੋ ਮੈਂ ਪਿੱਛੇ ਲਿਖਿਆ, D ਦੇ ਪਿੱਛੇ C ਲਿਖਿਆ। ਠੀਕ ਹੈ? 500 ਦੇ ਵਿੱਚ 100 ਜੋੜਿਆ। ਹੁਣ ਲਿਖਣਾ ਆਪਾਂ 90 ਜਦੋਂ ਆਪਾਂ 100 ਦੇ ਵਿੱਚੋਂ 10 ਘਟਾਏ। ਫਿਰ ਲਿਖਣਾ ਆਪਾਂ 9 ਜਦੋਂ ਆਪਾਂ 10 ਦੇ ਵਿੱਚੋਂ 1 ਘਟਾਇਆ। DCXCIX। M ਤੋਂ ਬਾਅਦ ਹੈਗਾ ਆਪਣੇ ਕੋਲੇ N ਸਮ 299। ਸੇਮ ਬੇਟਾ 200 ਫਿਰ 90 ਪਲੱਸ 9। ਹੁਣ 200 ਕਿਵੇਂ ਲਿਖੋਗੇ? 2 ਵਾਰ ਸੀਆਂ ਪਾ ਦੋਗੇ। 90 ਕਿਵੇਂ ਲਿਖੋਗੇ? C ਦੇ ਵਿੱਚੋਂ X ਘਟਾ ਦੋਗੇ। 9 ਕਿਵੇਂ ਲਿਖੋਗੇ? X ਦੇ ਵਿੱਚੋਂ 1 ਘਟਾ ਦੋਗੇ, I ਘਟਾ ਦੋਗੇ। ਠੀਕ ਹੈ? ਕਲੀਅਰ ਹੋ ਗਿਆ? N ਤੋਂ ਬਾਅਦ ਆ ਗਿਆ ਆਪਣੇ ਕੋਲੇ O। 999। 1000 ਚੋਂ 1 ਘਟਾ ਸਕਦੇ ਹਾਂ? ਕਹਾਂਗੇ ਨੋ ਇਹ ਤਾਂ ਰੂਲ ਹੀ ਨਹੀਂ ਹੈ। ਤਾਂ ਤੁਸੀਂ ਲਿਖੋਗੇ 900 ਪਲੱਸ 90 ਪਲੱਸ 9। ਹੁਣ 900 ਕਿਵੇਂ ਲਿਖਣਾ ਹੈ? M ਹੁੰਦਾ ਬੇਟਾ 1000, ਉਹਦੇ ਵਿੱਚੋਂ 100 ਘਟਾਵਾਂਗੇ ਤਾਂ ਮੂਹਰੇ ਲਿਖਾਂਗੇ CM। ਠੀਕ ਹੈ? ਇਹ ਬਣ ਗਿਆ 900। ਹੁਣ ਲਿਖਣਾ ਆਪਾਂ 90, C ਦੇ ਮੂਹਰੇ ਲਿਖੋ X, 90 ਬਣ ਗਿਆ। ਫਿਰ ਲਿਖਣਾ ਆਪਾਂ 9, 10 ਦੇ ਮੂਹਰੇ ਲਿਖੋ I, 9 ਬਣ ਗਿਆ। ਠੀਕ ਹੈ? ਲਾਸਟ ਸਮ ਦੇਖੋ। ਲਓ ਤੁਸੀਂ ਤਾਂ ਆਰਾਮ ਨਾਲ ਕਰ ਲਓਗੇ। ਲਾਸਟ ਸਮ 1000 ਹੈ ਤਾਂ 1000 ਦਾ ਕੀ ਸੰਕੇਤ ਹੁੰਦਾ ਹੈ? M। ਇਹ ਤਾਂ ਹੋ ਗਿਆ ਸਵਾਲ, ਬਹੁਤ ਸੌਖਾ ਸੀ। ਤੇ ਬੇਟਾ ਇਹਦੀ ਜਿੰਨੀ ਵੱਧ ਤੋਂ ਵੱਧ ਪ੍ਰੈਕਟਿਸ ਕਰੋਗੇ ਤਾਂ ਤੁਹਾਡੀ ਓਨੀ ਹੀ ਜ਼ਿਆਦਾ ਵਧੀਆ ਨੰਬਰ ਆਉਣਗੇ। ਤੁਹਾਡੇ ਇਹਨਾਂ ਦੇ ਉੱਪਰ ਪਕੜ ਮਜ਼ਬੂਤ ਹੋ ਜਾਏਗੀ। ਮਤਲਬ ਰੋਮਨ ਅੰਕ ਤੁਸੀਂ ਕੋਈ ਵੀ ਆਵੇ ਤੁਸੀਂ ਆਰਾਮ ਨਾਲ ਪੜ੍ਹ ਵੀ ਸਕੋਗੇ ਅਤੇ ਉਸਨੂੰ ਲਿਖ ਵੀ ਸਕੋਗੇ। ਠੀਕ ਹੈ ਜੀ? ਵੀਡੀਓ ਪਸੰਦ ਆਉਂਦੀ ਹੈ ਤਾਂ ਇਸਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਜੇ ਹਾਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਬੇਟਾ। ਠੀਕ ਹੈ? ਅਤੇ ਵੱਧ ਤੋਂ ਵੱਧ ਇਸਨੂੰ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਬੇਟਾ। ਠੀਕ ਹੈ? ਤਾਂ ਕਿ ਸਾਰਿਆਂ ਦੀ ਪੜ੍ਹਾਈ ਜਿਹੜੀ ਆ ਅੱਛੀ ਤਰ੍ਹਾਂ ਨਾਲ ਹੋ ਸਕੇ। ਬਾਏ ਬੇਟਾ, ਟੇਕ ਕੇਅਰ।